Hello dear students, welcome back to my YouTube channel. So let's discuss next topic of unit 10th, which is differential equation of simple harmonic motion. So last video ਦੇ ਅੰਦਰ ਬੱਚੇ ਅਸੀਂ simple harmonic motion ਬਾਰੇ ਪੜ੍ਹ ਚੁੱਕੇ ਹਾਂ ਕਿ simple harmonic motion ਕੀ ਚੀਜ਼ ਆ। ਦੈਨ ਉਹਦੀ ਡੈਰੀਵੇਸ਼ਨ ਅਸੀਂ ਕਰ ਚੁੱਕੇ ਹਾਂ। ਸਪਰਿੰਗ ਕਾਂਸਟੈਂਟ ਬੱਚੇ ਅਸੀਂ ਪੜ੍ਹ ਚੁੱਕੇ ਹਾਂ। ਸੋ ਇਸ ਵੀਡੀਓ ਦੇ ਵਿੱਚ ਅਸੀਂ ਦੇਖਾਂਗੇ डिफरेंशियल इक्वेशनस फॉर सिंपल हारमोनिक मोशन। सो इक्वेशनस बच्चे समटाइम जड़ियाँ 3 मार्क्स दियाँ पुछ लिया जांदियां। सो हारमोनिक ऑसीलेटर भी ਇਹਦਾ ਜਿਹੜਾ क्वेश्चन ਪੁੱਛ ਲਿਆ ਜਾਂਦਾ ਹੈ ਕਿ what is harmonic oscillator and derive its values। ਸੋ ਬੱਚੇ ਡਿਫਰੈਂਸ਼ੀਅਲ ਇਕੁਏਸ਼ਨਸ ਹੀ ਜਿਹੜੀਆਂ ਅਸੀਂ ਡਰਾਈਵ ਕਰਨੀਆਂ। ਹਾਰਮੋਨਿਕ ਔਸੀਲੇਟਰ ਕੀ ਆ? ਅ ਪਾਰਟੀਕਲ ਐਗਜ਼ੀਕਿਊਟ ਸਿੰਪਲ ਹਾਰਮੋਨਿਕ ਮੋਸ਼ਨ ਇਜ਼ ਕਾਲਡ ਹਾਰਮੋਨਿਕ ਔਸੀਲੇਟਰ। ਇੱਕ ਇੱਦਾਂ ਦਾ ਪਾਰਟੀਕਲ ਜਿਹੜਾ ਕਿ ਸਿੰਪਲ ਹਾਰਮੋਨਿਕ ਮੋਸ਼ਨ ਦੇ ਅੰਦਰ ਐਗਜ਼ੀਕਿਊਟ ਕਰ ਰਿਹਾ ਹੋਵੇ ਉਹਨੂੰ ਅਸੀਂ ਹਾਰਮੋਨਿਕ ਔਸੀਲੇਟਰ ਬੋਲ ਦਿੰਦੇ ਹਾਂ। ਸੋ ਤੁਸੀਂ ਬੱਚੇ ਸਟਾਰਟ ਕਿੱਥੋਂ ਕਰਨਾ ਆ? ਅਕੋਰਡਿੰਗ ਟੂ ਦ ਫੋਰਸ ਲਾਅ। ਫਸਟ ਜਿਹੜਾ ਤੁਸੀਂ ਹਾਰਮੋਨਿਕ ਔਸੀਲੇਟਰ ਅਗਰ ਪੁੱਛਿਆ ਗਿਆ ਹੋਵੇ ਦੈਨ ਇਹਦੀ ਡੈਫੀਨੇਸ਼ਨ ਦਿਓ। ਅਗਰ ਹਾਰਮੋਨਿਕ ਔਸੀਲੇਟਰ ਨਹੀਂ ਪੁੱਛਿਆ ਗਿਆ ਤਾਂ ਤੁਸੀਂ ਇਹਦੀ ਡੈਫੀਨੇਸ਼ਨ ਨਹੀਂ ਲਿਖਣੀ। ਅਗਰ ਸਿਰਫ ਇਕੁਏਸ਼ਨਸ ਪੁੱਛੀਆਂ ਗਈਆਂ ਆ ਤਾਂ ਇਕੁਏਸ਼ਨਸ ਤੁਸੀਂ ਡਾਇਰੈਕਟ ਸਟਾਰਟ ਕਰ ਸਕਦੇ ਆ ਅਕੋਰਡਿੰਗ ਟੂ ਦ ਫੋਰਸ ਲਾਅ। ਹੁਣ ਫੋਰਸ ਲਾਅ ਦੇ ਅਕੋਰਡਿੰਗਲੀ ਹੁੰਦਾ ਕੀ ਆ? ਹੁਣ ਬੱਚੇ ਅਸੀਂ ਲਾਸਟ ਵੀਡੀਓ ਦੇ ਵਿੱਚ ਇੱਕ ਪੈਂਡੂਲਮ ਵਾਲਾ ਆਰਟੀਕਲ ਕਰ ਚੁੱਕੇ ਹਾਂ ਕਿ ਪੈਂਡੂਲਮ ਜਦੋਂ ਅਸੀਂ ਇਹਨੂੰ ਇੱਥੋਂ ਪਕੜਿਆ ਇਸ ਪੋਜੀਸ਼ਨ ਤੱਕ ਲੈ ਕੇ ਗਏ, ਮੰਨ ਲਓ O ਤੇ ਸੀ ਔਰ A ਪੋਜੀਸ਼ਨ ਤੱਕ ਲੈ ਕੇ ਗਏ ਤਾਂ ਪਰਟੀਕੂਲਰ ਇਹਨੇ ਕੋਈ ਨਾ ਕੋਈ ਡਿਸਟੈਂਸ ਜਿਹੜਾ ਆ ਕਵਰ ਕੀਤਾ। ਸੋ ਫੋਰਸ ਅਸੀਂ ਕਿੱਧਰ ਨੂੰ ਲਗਾਇਆ? ਇੱਧਰ ਨੂੰ। ਬਾਅਦ ਵਿੱਚ ਕੀ ਹੋਏਗਾ? ਰੀਸਟੋਰਿੰਗ ਫੋਰਸ ਲੱਗੇਗੀ ਇੱਧਰ ਨੂੰ। ਸੋ ਦਿਸ ਇਜ਼ ਰੀਸਟੋਰਿੰਗ ਫੋਰਸ ਐਂਡ ਦਿਸ ਇਜ਼ ਅਪਲਾਈਡ ਫੋਰਸ। ਸੋ ਬੱਚੇ ਰੀਸਟੋਰਿੰਗ ਫੋਰਸ ਕਿਹਦੇ ਇਕੁਅਲ ਹੈ? ਡਾਇਰੈਕਟਲੀ ਪ੍ਰੋਪੋਰਸ਼ਨਲ ਟੂ x। ਸੋ ਅਕੋਰਡਿੰਗ ਟੂ ਦ ਫੋਰਸ ਲਾਅ the restoring force acting on the particle at instant of a time, that is F, is directly proportional to minus x. So directly proportion ਦਾ ਸਾਈਨ ਹਟਾਵਾਂਗੇ ਤਾਂ ਆ ਜਾਏਗਾ k constant, that is a spring constant, ਜੋ ਕਿ ਅਸੀਂ ਲਾਸਟ ਲੈਕਚਰ ਦੇ ਵਿੱਚ ਇਹ ਚੀਜ਼ ਪੜ੍ਹ ਚੁੱਕੇ ਹਾਂ। ਸੋ ਦਿਸ ਇਜ਼ ਆਰ ਇਕੁਏਸ਼ਨ ਨੰਬਰ 1। ਕਲੀਅਰ ਹੋ ਗਿਆ? ਹੁਣ ਰਾਜੀ ਆ ਜਾਓ, ਅਸੀਂ ਸਾਨੂੰ ਪਤਾ ਹੈ ਕਿ ਜਿਹੜਾ ਫੋਰਸ ਹੈ, ਫੋਰਸ ਇਜ਼ ਇਕੁਅਲਸ ਟੂ ਮਾਸ ਇਨਟੂ ਐਕਸਲਰੇਸ਼ਨ ਹੁੰਦਾ ਹੈ ਅਕੋਰਡਿੰਗ ਟੂ ਦ ਨਿਊਟਨ ਸੈਕਿੰਡ ਲਾਅ। ਸੋ ਤੁਸੀਂ ਡਾਇਰੈਕਟ ਲਿਖ ਸਕਦੇ ਆ ਅਕੋਰਡਿੰਗ ਟੂ ਦ ਨਿਊਟਨ ਸੈਕਿੰਡ ਲਾਅ ਫੋਰਸ ਇਜ਼ ਇਕੁਅਲਸ ਟੂ ਮਾਸ ਇਨਟੂ ਐਕਸਲਰੇਸ਼ਨ। ਨਾਓ ਵਾਟ ਇਜ਼ ਦ ਵੈਲਿਊ ਆਫ ਐਕਸਲਰੇਸ਼ਨ? ਐਕਸਲਰੇਸ਼ਨ ਕਿਹਦੇ ਇਕੁਅਲ ਹੁੰਦਾ ਆ? ਡਿਸਪਲੇਸ ਵੈਲੋਸਿਟੀ ਓਵਰ ਟਾਈਮ। ਐਕਸਲਰੇਸ਼ਨ ਕਿਹਦੇ ਇਕੁਅਲ ਹੁੰਦਾ? ਵੈਲੋਸਿਟੀ ਓਵਰ ਟਾਈਮ। ਔਰ ਵੈਲੋਸਿਟੀ ਕਿਹਦੇ ਇਕੁਅਲ ਹੁੰਦਾ ਆ? ਡਿਸਟੈਂਸ ਓਵਰ ਟਾਈਮ ਦੇ। ਠੀਕ ਹੈ ਜੀ। ਸੋ ਵੈਲੋਸਿਟੀ ਓਵਰ ਟਾਈਮ ਆਲਰੇਡੀ ਸੀ। ਸੋ ਵੈਲੋਸਿਟੀ ਦੀ ਜਗ੍ਹਾ 'ਤੇ ਬੱਚੇ ਜਦੋਂ ਡਿਸਟੈਂਸ ਓਵਰ ਟਾਈਮ ਲਿਖਿਆ ਤਾਂ ਕੀ ਆ ਜਾਏਗਾ? ਵੈਲੋਸਿਟੀ ਦੀ ਜਗ੍ਹਾ 'ਤੇ ਕੀ ਲਿਖਿਆ? ਡਿਸਟੈਂਸ ਓਵਰ ਟਾਈਮ। ਸੋ ਆਹ ਵਾਲਾ ਟੀ ਐਸ ਐਚ ਇੱਥੇ ਰਹਿ ਗਿਆ। ਧਿਆਨ ਨਾਲ ਸਮਝ ਲਓ ਬੱਚੇ, ਡੀ ਸਕੇਅਰ ਐਕਸ ਓਵਰ ਡੀ ਟੀ ਸਕੇਅਰ ਕਿੱਦਾਂ ਆਏਗਾ? ਧਿਆਨ ਨਾਲ ਸਮਝ ਲੈਣਾ। ਹੁਣ ਐਕਸਲਰੇਸ਼ਨ ਅਸੀਂ ਹੁਣੇ ਨਿਕਾਲ ਕੇ ਹਟੇ ਹਾਂ ਕਿ ਐਕਸ ਡਿਵਾਈਡਡ ਬਾਈ ਟੀ ਸਕੇਅਰ ਆ ਜਾਏਗਾ। ਅਗਰ ਇਹਨੂੰ ਸਮੋਲ ਫਾਰਮ ਦੇ ਵਿੱਚ ਲਿਖਣਾ ਪਵੇ, ਠੀਕ ਹੈ, ਇਹ ਹੈਗਾ ਆ ਪੂਰਾ, ਅਗਰ ਅਸੀਂ ਪੂਰੀ ਕਹਿ ਲਓ ਫੁੱਲ ਫਾਰਮ ਦੀ ਗੱਲ ਕਰ ਰਹੇ ਹਾਂ। ਅਗਰ ਇਹਨੂੰ ਅਸੀਂ ਡੈਰੀਵੇਟਿਵ ਦੀ ਫਾਰਮ ਦੇ ਵਿੱਚ ਲਿਖਣਾ ਹੋਵੇ ਤਾਂ ਕਿੱਦਾਂ ਲਿਖਾਂਗੇ? ਡੈਰੀਵੇਟਿਵ ਕੀ ਹੁੰਦਾ ਆ? dx ਓਵਰ dt। ਹੁਣ ਦੁਬਾਰਾ ਸਮਝ ਲਓ, ਜਿਹੜਾ ਵੈਲੋਸਿਟੀ ਆ ਐਕਸਲਰੇਸ਼ਨ ਨੂੰ ਕਿੱਦਾਂ ਲਿਖ ਸਕਦੇ ਹਾਂ? ਵੈਲੋਸਿਟੀ ਓਵਰ ਟਾਈਮ, ਦੈਟ ਇਜ਼ dv ਓਵਰ dt। ਔਰ ਵੈਲੋਸਿਟੀ ਨੂੰ ਕਿੱਦਾਂ ਲਿਖ ਸਕਦੇ ਹਾਂ? ਡਿਸਟੈਂਸ ਓਵਰ ਟਾਈਮ, ਦੈਟ ਇਜ਼ dx ਓਵਰ dt। ਠੀਕ ਹੈ ਜੀ। ਵੈਲੋਸਿਟੀ ਨੂੰ ਕਿੱਦਾਂ ਲਿਖ ਸਕਦੇ ਹਾਂ? dx ਓਵਰ dt। ਹੁਣ dx ਨੂੰ ਜਦੋਂ dt ਨਾਲ ਮਲਟੀਪਲਾਈ ਕੀਤਾ ਤਾਂ ਆ ਗਿਆ d ਸਕੇਅਰ x, ਕਿਉਂਕਿ ਬੱਚੇ d 2 ਵਾਰ ਆ ਰਿਹਾ ਤਾਂ d ਸਕੇਅਰ x। ਨੀਚੇ dt ਪੂਰੇ ਦਾ ਪੂਰਾ 2 ਵਾਰ ਆ ਰਿਹਾ ਤਾਂ ਨੀਚੇ ਲਿਖਿਆ dt ਸਕੇਅਰ। ਕੁਝ ਬੱਚੇ ਨੂੰ ਲਿਖਣ 'ਚ ਕਨਫਿਊਜ਼ਨ ਕ੍ਰੀਏਟ ਹੋ ਜਾਂਦੀ ਆ। ਸੋ ਬੱਚੇ ਕਿੱਦਾਂ ਲਿਖਦੇ ਆ? d ਸਕੇਅਰ x ਓਵਰ d ਸਕੇਅਰ t। ਸੋ d ਸਕੇਅਰ t ਨਹੀਂ ਆ ਬੱਚੇ, dt ਇੱਕ ਟਰਮ ਹੈ ਦੈਨ ਦੂਸਰੀ dt, ਮਤਲਬ ਕਿ ਪੂਰੇ ਦਾ ਪੂਰਾ dt ਆ। ਸੋ dt ਦਾ ਹੋਲ ਸਕੇਅਰ ਹੈ। ਕਲੀਅਰ ਹੋ ਗਈ ਜੀ ਆ ਚੀਜ਼? ਸੋ ਅਸੀਂ ਲਿਖ ਸਕਦੇ ਹਾਂ ਐਕਸਲਰੇਸ਼ਨ ਦੀ ਜਗ੍ਹਾ 'ਤੇ d ਸਕੇਅਰ x ਓਵਰ dt ਸਕੇਅਰ। ਆ ਚੀਜ਼ ਕਲੀਅਰ ਹੋ ਗਈ ਰਾਜੇ ਸਭ ਨੂੰ? ਅਗਰ ਆਹ ਸਟੈਪ ਨਾ ਕਲੀਅਰ ਹੋਵੇ ਤਾਂ ਪਲੀਜ਼ ਕਮੈਂਟ ਸੈਕਸ਼ਨ ਦੇ ਵਿੱਚ ਦੇ ਦੇਣਾ ਕਿ ਸਟੈਪ ਸੈਕਿੰਡ ਕਲੀਅਰ ਨਹੀਂ ਆ, ਤਾਂ ਮੈਂ ਦੁਬਾਰਾ ਐਕਸਪਲੇਨ ਕਰ ਦਿਆਂਗੀ। ਸੋ ਦਿਸ ਇਜ਼ ਆਰ ਇਕੁਏਸ਼ਨ ਨੰਬਰ 1 ਐਂਡ ਦਿਸ ਇਜ਼ ਆਰ ਇਕੁਏਸ਼ਨ ਨੰਬਰ 2। ਨਾਓ ਕੰਪੇਅਰ ਇਕੁਏਸ਼ਨ ਨੰਬਰ 1 ਐਂਡ 2। ਬੱਚੇ ਆ ਵੀ ਫੋਰਸ ਹੈ, ਇਹ ਵੀ ਫੋਰਸ ਆ। ਇਹਦਾ ਮਤਲਬ ਮਾਈਨਸ ਕੇ ਐਕਸ ਕੇ ਦੇ ਇਕੁਅਲ ਆ ਜਾਏਗਾ m d ਸਕੇਅਰ x ਓਵਰ dt ਸਕੇਅਰ। ਕਲੀਅਰ ਹੋ ਗਿਆ ਜੀ? ਸੋ ਨੈਕਸਟ ਸਟੈਪ ਦੇ ਵਿੱਚ ਆਹ ਵਾਲਾ m ਬੱਚੇ ਦੂਸਰੀ ਤਰਫ ਲੈ ਜਾਓ ਤਾਂ ਕੀ ਹੋ ਜਾਏਗਾ? ਮਾਈਨਸ ਕੇ ਓਵਰ m x। ਸੋ ਆਹ ਟਰਮ ਕੀ ਆ ਤੁਹਾਡੀ? ਕੌਨਸਟੈਂਟ ਟਰਮ, ਦੈਟ ਇਜ਼ ਓਮੇਗਾ ਸਕੇਅਰ। ਸੋ ਅਸੀਂ k ਓਵਰ m ਦੀ ਜਗ੍ਹਾ 'ਤੇ ਕੀ ਲਿਖਣ ਲੱਗਿਆ? ਓਮੇਗਾ ਸਕੇਅਰ। ਸੋ ਸਾਡੇ ਕੋਲ ਜਿੱਦਾਂ ਹੀ ਓਮੇਗਾ ਸਕੇਅਰ ਪੁੱਟ ਕਰਾਂਗੇ ਤਾਂ ਸਾਡੇ ਕੋਲ ਇਸ ਤਰੀਕੇ ਦੀ ਇਕੁਏਸ਼ਨ ਬਣ ਜਾਏਗੀ। ਸੋ ਦੂਸਰੀ ਤਰਫ ਲੈ ਜਾਓ dx ਸਕੇਅਰ ਓਵਰ dt ਸਕੇਅਰ
आ टर्म दूसरी तरफ लैके जावांगे तो प्लस दी प्लस ओमेगा स्क्वेयर एक्स इज इक्वल्स टू 0. सो दिस इज द फाइनल इक्वेशन. दिस इज द डिफरेंशियल इक्वेशन ऑफ सिंपल हारमोनिक मोशन. बच्चे आ लास्ट वाले नूं बॉक्स विच बंद कर देना जिहड़ा मैं हुण हाईलाइट कर रही हाँ, और लास्ट दे विच तुसीं लाइन जरूर लिखनी आ, विच इज़ द डिफरेंशियल इक्वेशन ऑफ सिंपल हारमोनिक मोशन. अगर बिल्कुल सिंपल फॉर्म दे विच लिखना होवे तां सिंपल जी डेरीवेशन आ जिहड़ी देख लो सिर्फ एक पेज दे उपर सॉल्व की हुई आ. रीस्टोरिंग फोर्स राजे के इक्वल है, फोर्स इज इक्वल्स टू माइनस के एक्स. फोर्स के इक्वल होंदा है मास इंटू एक्सलरेशन की जगह ते, एक्सलरेशन की जगह ते की लिख सकते हैं डी एक्स स्क्वेयर, डी स्क्वेयर एक्स ओवर डी टी स्क्वेयर. नैक्सट आ वाला जो एम बच्चे इधर लैके जावांगे तो की हो जाएगा के एम ओवर एक्स. सो आ गया के एम ओवर एक्स, उधर लैके जावांगे तो प्लस की फॉर्म दे विच. सो आ टर्म आ गई ओमेगा स्क्वेयर. सो आ लास्ट वाली जो इक्वेशन थोड़ी आई आ, लास्ट वाली, this equation is known as a differential equation of a simple harmonic motion. So बच्चे इत्थे काफ़ी ज़्यादा शॉर्ट दे विच लिख दिता ताकि तुहानू लर्न करना ईजी होवे. अदरवाइज जो तुहानू डेरीवेशन हुण करवाई गई है तुसीं उदां ही करनी आ. सो बच्चे इत्थों तुहाडीआं 5 इक्वेशनस हो जाणगीआं. सो इक्वेशन नंबर 1, इक्वेशन नंबर 2, इक्वेशन नंबर 3, इक्वेशन नंबर 4 और इक्वेशन नंबर 5 हुण साडे कोल किहड़ी आएगी, डी स्क्वेयर एक्स ओवर डी टी स्क्वेयर प्लस ओमेगा स्क्वेयर एक्स इज इक्वल्स टू 0. दिस इज आर इक्वेशन नंबर 5. नाउ फ्रॉम इक्वेशन नंबर 5 इत्थे लिख लेना, नाउ फ्रॉम इक्वेशन नंबर 5 हुण 5th इक्वेशन तो असीं की करन लगे हां, ओमेगा स्क्वेयर दा बच्चे आंसर कितना आया सी साडा के ओवर एम. इत्थों ओमेगा निकाल लो, इहदा मतलब साडे को की आ जाएगा अंडर रूट के ओवर एम. नाउ वट इज़ द वैल्यू ऑफ ओमेगा, ओमेगा इज इक्वल्स टू 2 पाई म्यू. हुण म्यू की आ रहा जी इत्थे फ्रिक्वेंसी, म्यू की इत्थे फ्रिक्वेंसी इज इक्वल्स टू अंडर रूट के ओवर एम. इत्थों राजी फ्रिक्वेंसी निकाल लो, फ्रिक्वेंसी के इक्वल आ जाएगी 1 ओवर 2 पाई अंडर रूट के ओवर एम. सो दिस इज़ द फ्रिक्वेंसी ऑफ सिंपल हारमोनिक मोशन. सो इत्थों राजी तुहाडा आ गया फ्रिक्वेंसी. सिमिलरली सम टाइम जोड़ा आ टाइम पीरियड पूछ लिया जाता. सो वट इज़ द टाइम पीरियड, हुण टाइम पीरियड इज़ द रेसिप्रोकल ऑफ फ्रिक्वेंसी. बच्चे डेफिनेशन लिख लेना, टाइम पीरियड इज़ डिफाइंड एज इट इज़ अ रेसिप्रोकल ऑफ अ फ्रिक्वेंसी. सो इसका मतलब टी के इक्वल होएगा 1 डिवाइडेड बाय म्यू दे. सो म्यू के इक्वल आया सी 1 ओवर, सो बच्चे म्यू के इक्वल सी 1 ओवर 2 पाई अंडर रूट के ओवर एम. अगर 1 ओवर म्यू मतलब इन्हें उल्टा के लिखना, सो 2 पाई ऊपर चला जाएगा अंडर रूट एम ओवर के, क्योंकि उधर रेसिप्रोकल आता उल्टा के लिख देता. सो दिस इज़ अ टाइम पीरियड ऑफ अ सिंपल हारमोनिक मोशन. सो बच्चे इत्थे तक साडा अज दा जो लैक्चर सी करैक्टरिस्टिक्स ऑफ अ सिंपल हारमोनिक मोशन. बच्चे CBSE बोर्ड के अंदर है, पंजाब बोर्ड के सिलेबस के अंदर करैक्टरिस्टिक्स मैंशन नहीं आ. सो असी करैक्टरिस्टिक्स नहीं करांगे. सो इक्वेशनस ही साडे सिलेबस के विच सी. सो बच्चे नैक्सट जिहड़ा है आपां मिलदे आ नैक्सट वीडियो के नाल. सो जांदे जांदे वीडियो नूं लाइक कर जो, मैक्सिमम शेयर कर जो, ते सबसक्राइब करना ना भुलना. थैंक यू सो मच.